वेलकम 10th क्लास। ਅੱਜ ਅਸੀਂ 7.2 ਕਰਨ ਜਾ ਰਹੇ ਹਾਂ। 7.1 ਪਿਛਲੀ ਦੋ ਵੀਡੀਓਜ਼ से मैं ਤੁਹਾਨੂੰ ਕੰਪਲੀਟ ਕਰਵਾ ਚੁੱਕੀ ਹਾਂ। ਇਸ 'ਚ ਅਸੀਂ ਸੈਕਸ਼ਨ ਫਾਰਮੂਲਾ ਬਾਰੇ ਪੜਾਂਗੇ। ਸੈਕਸ਼ਨ ਫਾਰਮੂਲਾ ਇੱਕ ਅਜਿਹਾ ਫਾਰਮੂਲਾ ਹੈ ਜਿਹਦੇ ਵਿੱਚ ਵੰਡਣਾ ਜਿਹੜਾ ਹੈ ਜਿਹੜਾ ਅਲਫਾਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ, ਕਿਉਂਕਿ ਸੈਕਸ਼ਨ ਮਨੇ ਆਪਾਂ ਸੈਕਸ਼ਨ ਦੇ ਵਿੱਚ ਜਿਵੇਂ ਬੱਚੇ ਵੰਡਦੇ ਨੇ ਉਸ ਤਰ੍ਹਾਂ ਇੱਕ ਲਾਈਨ ਨੂੰ ਜੇਕਰ ਕੋਈ ਬਿੰਦੂ ਵੰਡਦਾ ਹੈ, ਇਸ ਦੇ ਵਿੱਚ ਤਿੰਨ ਸ਼ਬਦਾਂ ਦਾ ਪ੍ਰਯੋਗ ਜ਼ਰੂਰ ਹੋਏਗਾ। ਵੰਡਣਾ, ਅਨੁਪਾਤ, ਇਸ ਤਰ੍ਹਾਂ ਦੇ ਲਫ਼ਜ਼ਾਂ ਦਾ ਪ੍ਰਯੋਗ ਹੁੰਦਾ ਹੈ। ਤਾਂ ਤੁਸੀਂ ਧਿਆਨ ਨਾਲ ਦੇਖੋਗੇ, ਇਹਦੇ ਵਿੱਚ ਤੁਹਾਨੂੰ ਇੱਕ ਲਾਈਨ ਹੈ ਜਿਹੜੀ ਦਿੱਤੀ ਹੋਏਗੀ, ਉਸਨੂੰ ਕਿਸੇ ਬਿੰਦੂ ਨੇ ਵਿਚਕਾਰ ਆ ਕੇ ਵੰਡ ਦਿੱਤਾ ਹੋਏਗਾ। ਉਹਨੂੰ ਦੋ ਸੈਕਸ਼ਨ ਵੰਡਤੇ, ਇੱਕ ਸੈਕਸ਼ਨ ਬਣ ਗਿਆ AP, ਇੱਕ ਸੈਕਸ਼ਨ ਬਣ ਗਿਆ ਸਾਡੇ ਕੋਲ PB, ਅਤੇ ਅਨੁਪਾਤ ਦਿੱਤਾ ਹੋਏਗਾ ਕਿਸ ਅਨੁਪਾਤ ਵਿੱਚ ਵੰਡਿਆ ਹੈ। ਤਾਂ ਤੁਸੀਂ ਇਸ ਬਿੰਦੂ ਦੇ ਨਿਰਦੇਸ਼ਾਂਕ ਕਿਵੇਂ ਪਤਾ ਕਰੋਗੇ? ਵੰਡਣ ਵਾਲੇ ਦਾ X ਅਤੇ ਵੰਡਣ ਵਾਲੇ ਦਾ Y ਕਿਵੇਂ ਪਤਾ ਕਰਾਂਗੇ? MX2 ਜਮਾ NX1, X ਵਾਲੇ ਦੇ ਵਿੱਚ X2 X1 ਲਵਾਂਗੇ, M ਅਤੇ N ਨਾਲ ਗੁਣਾ ਕਰਾਂਗੇ, M ਨਾਲ X2 ਗੁਣਾ ਕਰਨਾ। ਬਸ ਇਹ ਧਿਆਨ ਰੱਖਣਾ, M ਨਾਲ X2 ਕ੍ਰੋਸ N ਨਾਲ X1 ਓਵਰ M ਜਮਾ N, ਅਤੇ Y ਦੇ ਨਿਰਦੇਸ਼ਾਂਕ MY2 ਜਮਾ N Y1 ਓਵਰ M ਜਮਾ N। ਅਤੇ ਇਸੀ ਦੇ ਆਧਾਰਿਤ ਉੱਤੇ 7.2 ਦੇ ਅਸੀਂ ਕੁਝ ਸਮਸ ਕਰਨ ਜਾ ਰਹੇ ਹਾਂ। ਹੁਣ ਸਭ ਤੋਂ ਪਹਿਲਾਂ ਸਟੇਟਮੈਂਟ ਪੜ੍ਹੀ। ਫਾਈਂਡ ਦਾ ਕੋਆਰਡੀਨੇਟਸ ਆਫ ਪੁਆਇੰਟ ਵਿਚ ਡਿਵਾਈਡਸ ਦਾ ਲਾਈਨ join -1 and 4 -3 in the ratio of 2:3। ਕੀ ਕਹਿ ਰਿਹਾ? ਕੋਆਰਡੀਨੇਟਸ ਆਫ ਪੁਆਇੰਟ ਵਿਚ ਡਿਵਾਈਡਸ ਦਾ ਲਾਈਨ ਜੁਆਇਨਿੰਗ -1 and 4 -3। ਉਸ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰੋ ਜੋ -1 7 ਅਤੇ 4 -3 ਨੂੰ 2:3 ਵਿੱਚ ਵੰਡਦਾ ਹੈ। ਤਾਂ ਮੈਂ ਇੱਕ ਲਾਈਨ ਬਣਾਈ, ਪਹਿਲਾਂ ਡਾਇਗਰਾਮ ਕਲੀਅਰ ਜੀ ਬਣਾਵਾਂਗੇ। AB ਲਏ ਉਹਨਾਂ ਦੋਨਾਂ ਦੇ ਨਾਮ, ਇਹਨੂੰ ਦਿੱਤਾ -1 7 4 -2 3, ਇਹਨੂੰ ਕਿਸੇ ਬਿੰਦੂ P ਨੇ ਆ ਕੇ ਵੰਡਿਆ। ਅਸੀਂ ਇਸ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰਨੇ ਜਿਸ ਨੇ ਕਿ 1.5 ਅਨੁਪਾਤ 'ਚ ਵੰਡਿਆ 2:3। ਤਾਂ ਸਾਡੇ ਕੋਲ M ਦੀ ਵੈਲਿਊ 2, N ਦੀ ਵੈਲਿਊ 3, ਆਪਣੇ ਕੋਲ ਫਾਰਮੂਲਾ ਸਾਰਾ ਕੁਛ ਹੈਗਾ। ਅਤੇ ਉਸ ਤੋਂ ਬਾਅਦ ਤੁਸੀਂ ਲਿਖਣਾ ਹੈ X1 ਦੀ ਵੈਲਿਊ -1, ਆਹ ਦੇਖੋ ਇਹ X1 Y1, ਚਾਹੇ ਤੁਸੀਂ ਇੱਥੇ ਲਿਖ ਲਓ, ਇਹ ਜ਼ਿਆਦਾ ਈਜ਼ੀ ਰਹੇਗਾ। X1 Y1, ਇਹਨੂੰ ਲਿਖ ਲਓ X2 Y2। ਫਾਰਮੂਲਾ ਤੁਹਾਡੇ ਕੋਲ ਹੈ M ਗੁਣਾ X2 + N ਗੁਣਾ X1, ਅਤੇ X ਦੇ ਨਿਰਦੇਸ਼ਾਂਕ ਕਿਵੇਂ ਨਿਕਲਣਗੇ ਵਿਚਕਾਰ ਵਾਲੇ ਬਿੰਦੂ ਦੇ? M ਗੁਣਾ X2 4, N ਗੁਣਾ X1 -1, ਅਤੇ Y ਦੇ M ਗੁਣਾ Y2 N ਗੁਣਾ Y1, ਅਤੇ 2 ਗੁਣਾ -3, 3 ਗੁਣਾ 7 ਓਵਰ 2 ਜਮਾ 3 ਬਟਾ 2 ਜਮਾ 3। ਹੁਣ ਇਹਨਾਂ ਧਿਆਨ ਨਾਲ ਗੁਣਾ 2 ਚੱਕੇ 8, ਅਤੇ ਇੱਧਰ ਜਮਾ ਮਾਈਨਸ ਹੈ, ਵਿਚਕਾਰ ਗੁਣਾ ਹੈ। ਜਮਾ ਮਾਈਨਸ ਹੋਵੇ 2 ਰਕਮ, ਇਹ 3 ਕੋਲ ਜਮਾ, ਇਹਦੇ ਕੋਲ ਮਾਈਨਸ, ਗੁਣਾ ਹੋਵੇ ਤਾਂ ਪਲੱਸ ਮਾਈਨਸ 'ਚੋਂ ਮਾਈਨਸ ਨੇ ਜਿੱਤਿਆ ਨਾ। ਇਸੇ ਤਰ੍ਹਾਂ ਹੀ 3 ਦੂਣਾ -6 ਜਮਾ 7 ਤੀਆ 21। ਚਲੋ ਲੈਟਸ ਮੂਵ ਦੇਖੀਏ। ਆਹ ਦੇਖੋ X ਦੀ ਵੈਲਿਊ 8 ਜਮਾ -3 ਬਟਾ 5, ਅਤੇ Y ਦੀ ਵੈਲਿਊ -6 ਜਮਾ 21 ਬਟਾ 5। ਜਮਾ ਮਾਈਨਸ ਤੋਂ ਮਾਈਨਸ ਜਿੱਤ ਗਿਆ, 8 -3 ਬਰਾਬਰ 5 ਬਟਾ 5। ਤਾਂ -6 ਜਮਾ 21 ਕਿੰਨਾ ਆ ਗਿਆ? 15 ਬਟਾ 5। 5 × 5 5 ਤੀਏ 15, ਅਤੇ X ਅਤੇ Y ਦੀ ਵੈਲਿਊ ਕਿੰਨੀ ਆ ਗਈ? 1 and 3। ਮਤਲਬ 1 and 3 ਉਹ ਬਿੰਦੂ ਸੀ ਜਿਹਨੇ 2:3 ਵਿੱਚ ਵੰਡਿਆ ਹੈ। ਇਹ ਵੈਰੀ ਇੰਪੋਰਟੈਂਟ ਸਮ ਹੈ ਸੈਕਿੰਡ, ਕਿ ਇਸ ਦੇ ਵਿੱਚ ਕਿਹਾ ਗਿਆ ਫਾਈਂਡ ਦਾ ਕੋਆਰਡੀਨੇਟਸ ਆਫ ਪੁਆਇੰਟ ਆਫ ਟ੍ਰਾਈਸੈਕਸ਼ਨ, ਤਿੰਨ ਹਿੱਸਿਆਂ 'ਚ ਵੰਡਣ ਵਾਲੇ ਕੋਆਰਡੀਨੇਟਸ ਆਫ ਪੁਆਇੰਟਸ ਆਫ ਲਾਈਨ ਸੈਗਮੈਂਟ ਜੁਆਇਨਿੰਗ 4 -1 and -2 -3। ਉਹਨਾਂ ਬਿੰਦੂਆਂ ਦੇ ਨਿਰਦੇਸ਼ਾਂਕ ਪਤਾ ਕਰੋ ਜਿਸ ਨੇ 4 -1 ਅਤੇ -2 3 ਨੂੰ 3 ਬਰਾਬਰ ਹਿੱਸਿਆਂ ਵਿੱਚ ਵੰਡਿਆ ਹੈ। ਇਹਦਾ ਮਤਲਬ ਕੀ ਹੈ ਕਿ A ਅਤੇ B 2 ਪੁਆਇੰਟ ਸੀਗੇ, 4 -1 ਅਤੇ B -2 -3, ਅਤੇ P ਅਤੇ Q ਨੇ ਆ ਕੇ ਇਸ ਲਾਈਨ ਨੂੰ 3 ਹਿੱਸਿਆਂ 'ਚ ਵੰਡਤਾ। ਦੇਖੋ 3 ਸੈਕਸ਼ਨ ਨਜ਼ਰ ਆ ਗਏ। ਤਾਂ ਆਪਾਂ ਇਹ P ਦੇ ਵੀ ਪਤਾ ਕਰਨੇ ਹੈ ਅਤੇ Q ਦੇ ਵੀ। ਇੱਕ ਵਾਰ ਅਸੀਂ ਡਾਇਗਰਾਮ ਲਵਾਂਗੇ ਜਿਹਦੇ ਵਿੱਚ ਅਸੀਂ Q ਨੂੰ ਭੁੱਲ ਜਾਵਾਂਗੇ, ਇੱਕ ਵਾਰ ਅਸੀਂ ਡਾਇਗਰਾਮ ਲਵਾਂਗੇ ਜਿਹਦੇ ਵਿੱਚ ਅਸੀਂ P ਨੂੰ ਭੁੱਲ ਜਾਵਾਂਗੇ। ਤਾਂ ਸੈਕਸ਼ਨ ਫਾਰਮੂਲਾ ਲਗਾਵਾਂਗੇ। ਹੁਣ ਪ੍ਰੋਬਲਮ ਇਹ, ਸਾਨੂੰ M ਅਤੇ N ਦਿੱਤਾ ਨਹੀਂ ਹੋਇਆ। ਇਹਦੇ ਬਾਰੇ ਮੈਂ ਤੁਹਾਨੂੰ ਐਕਸਪਲੇਨ ਕਰਦੀ ਹਾਂ। ਪਹਿਲਾਂ ਆਪਾਂ ਇੱਕ ਸੈਕਸ਼ਨ ਦੀ ਡਾਇਗਰਾਮ ਬਣਾਵਾਂਗੇ APB, ਜਿਸ 'ਚ ਸਰਵ ਨਜ਼ਰ ਆਏਗਾ। ਤਾਂ ਅਸੀਂ ਇਸ ਨੂੰ ਲੈਂਦੇ ਹੋਏ ਆਪਣਾ ਸਵਾਲ ਸੋਲਵ ਕਰਾਂਗੇ। ਆਹ ਦੇਖੋ, ਸਭ ਤੋਂ ਪਹਿਲਾਂ ਅਸੀਂ
ਐਂਡ ਵਾਲਾ ਬਿੰਦੂ B P ਪੁਆਇੰਟ ਨੇ ਇਹਨੂੰ ਵੰਡਿਆ XY। ਇਹਦੇ X ਤੇ Y ਕਿਵੇਂ ਪਤਾ ਕਰਨੇ, P ਦੇ ਨਿਰਦੇਸ਼ਾਂਕ XY ਕਿਵੇਂ ਨਿਕਲਣਗੇ, M ਅਨੁਪਾਤ N 'ਚ ਵੰਡਿਆ। ਲੇਕਿਨ ਸਾਨੂੰ ਸਭ ਤੋਂ ਪਹਿਲਾਂ M ਪਤਾ ਹੋਣਾ ਚਾਹੀਦਾ ਸੀਗਾ, ਕਿਉਂਕਿ P ਤੇ Q ਨੇ ਦੋ ਹਿੱਸਿਆਂ ਦੇ ਵਿੱਚ ਇਹਨੂੰ ਵੰਡਿਆ ਹੈ। ਤਾਂ ਜਦੋਂ ਆਪਾਂ P ਦੇ ਅਨੁਪਾਤ ਪਤਾ ਕਰਨਾ ਹੈ, ਤੁਸੀਂ ਦੇਖੋਗੇ AP ਸੈਕਸ਼ਨ ਜਿਹੜਾ ਹੈ P ਪੁਆਇੰਟ ਤੋਂ ਪਹਿਲਾਂ ਇਹਦੇ ਵਿੱਚ ਇੱਕ ਸੈਕਸ਼ਨ ਨਜ਼ਰ ਆਏਗਾ। ਉਸ ਤੋਂ ਬਾਅਦ ਤੁਹਾਨੂੰ ਦੋ ਸੈਕਸ਼ਨ ਨਜ਼ਰ ਆਉਣਗੇ, ਇੱਕ ਅਤੇ ਇੱਥੋਂ ਦੀ ਲੈ ਕੇ ਇੱਥੇ ਤੱਕ ਦੋ ਸੈਕਸ਼ਨ। ਤਾਂ ਅਨੁਪਾਤ ਕਿੰਨਾ ਲਵਾਂਗੇ, M ਤੱਕ 1, N ਦੇ ਕੋਲ ਕਿੰਨੇ ਹੈ ਪਿਛਲੇ 2। ਤਾਂ M ਅਨੁਪਾਤ N ਕਿੰਨਾ ਲਵਾਂਗੇ, 1 ਅਨੁਪਾਤ 2। ਅਤੇ X ਅਤੇ Y ਦੇ ਨਿਰਦੇਸ਼ਾਂਕ ਪਤਾ ਕਰਾਂਗੇ। X ਦੇ ਉੱਦਾਂ ਹੀ M X2, ਆਹ ਦੇਖੋ M ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 1 ਗੁਣਾ -2, ਅਤੇ N ਦੀ ਵੈਲਿਊ ਆਪਣੇ ਕੋਲ 2 ਹੈ ਗੁਣਾ -2 ਗੁਣਾ 4। ਤਾਂ ਇਸ ਤਰ੍ਹਾਂ M X2 ਦੇਖੋ M X2 N X1 ਓਵਰ M ਜਮਾ N, M ਜਮਾ N, M ਅਤੇ N ਦੀ ਵੈਲਿਊ ਭਰਤੀ 1 ਅਤੇ 2, M ਜਮਾ N। ਤਾਂ -2 ਜਮਾ 8/3, ਤਾਂ 6/3। ਇਸੇ ਤਰ੍ਹਾਂ ਹੀ Y M Y2 ਜਮਾ N Y1, M ਨੂੰ ਗੁਣਾ ਕਰ ਦੇਣਾ ਹੈ, M ਦੀ ਵੈਲਿਊ 1 ਨੂੰ ਗੁਣਾ ਕਰ ਦੇਣੀ -3 ਨਾਲ ਜਮਾ ਪਾ ਕੇ, N ਦੀ ਵੈਲਿਊ 2 ਨੂੰ ਗੁਣਾ ਕਰ ਦੇਣਾ ਹੈ -1 ਦੇ ਨਾਲ। ਤਾਂ -3 -2 -5/3 ਆ ਗਿਆ। ਅਤੇ ਇਸ ਤਰ੍ਹਾਂ ਅਸੀਂ P ਦੇ ਨਿਰਦੇਸ਼ਾਂਕ ਅਸੀਂ ਪਤਾ ਕਰ ਲਏ X ਅਤੇ Y। ਹੁਣ ਨੈਕਸਟ ਹੈ ਅਸੀਂ ਜਿਹੜਾ ਦੂਸਰਾ ਪੁਆਇੰਟ ਹੈ, ਹੁਣ ਅਸੀਂ ਇੱਕ ਵਾਰ ਅਸੀਂ Q ਦੇ ਪਤਾ ਕਰਨੇ ਸੀਗੇ, ਤਾਂ ਅਸੀਂ ਇਸ ਫਿਗਰ ਦੇ ਵਿੱਚ P ਨੂੰ ਭੁੱਲ ਜਾਵਾਂਗੇ ਅਤੇ Q ਦੇ ਪਤਾ ਕਰਾਂਗੇ। ਲੈਟ ਅਸ ਸਟਾਰਟ। ਦੇਖੋ Q ਦੇ ਨਿਰਦੇਸ਼ਾਂਕ ਲਈ ਤੁਹਾਨੂੰ ਇੱਥੇ ਨਜ਼ਰ ਆਏਗਾ, Q ਲਈ M ਅਨੁਪਾਤ N ਅਸੀਂ ਲਿਆ ਪਰਪਲ ਕਲਰ ਦੇ ਵਿੱਚ, Q ਬਿੰਦੂ ਨੇ M ਅਨੁਪਾਤ N, M ਤੋਂ ਪਹਿਲਾਂ ਕਿੰਨੇ ਪਾਰਟਸ ਦਾ ਨਜ਼ਰ ਆ ਰਹੇ 2। ਹੁਣ ਅਸੀਂ ਜਦੋਂ Q ਬਿੰਦੂ ਦੀ ਗੱਲ ਕਰਾਂਗੇ ਤਾਂ M ਦਾ ਅਨੁਪਾਤ 2:1 ਲਵਾਂਗੇ। M ਅਤੇ N ਦੀ ਵੈਲਿਊ ਬਦਲੀ ਜਾਏਗੀ, M X2 N X1, N ਗੁਣਾ 4, M ਨੂੰ -2 ਨਾਲ ਅਤੇ N ਨੂੰ 4 ਨਾਲ। M ਅਤੇ N ਦੀ ਵੈਲਿਊ ਭਰ ਲਈ ਨੈਕਸਟ ਦੇ ਵਿੱਚ 2 ਅਤੇ 1 ਭਰ ਲਈ ਹੈ। ਇਸੇ ਤਰ੍ਹਾਂ Y ਦੀ ਵੈਲਿਊ M Y2 N Y1, ਤਾਂ ਅਸੀਂ ਇਸੇ ਤਰ੍ਹਾਂ ਹੀ M Y2 N Y1 ਓਵਰ M ਜਮਾ N। ਉਸ ਤੋਂ ਬਾਅਦ X ਦੀ ਵੈਲਿਊ ਕਿੰਨੀ ਆ ਗਈ, 2 ਗੁਣਾ -2M ਜਮਾ 4N ਓਵਰ M ਜਮਾ N, ਅਤੇ -2 ਗੁਣਾ M ਦੀ ਵੈਲਿਊ 2:1 ਲੈਣਾ ਬਸ ਇਹਦੇ ਵਿੱਚ, M ਦੀ ਵੈਲਿਊ 2 ਅਤੇ N ਦੀ ਵੈਲਿਊ 1, ਅਤੇ X ਦੀ ਵੈਲਿਊ ਕਿੰਨੀ ਆ ਜਾਏਗੀ 0। -2 ਗੁਣਾ 2 -4, 4 ਏਕਮ 4, ਆਹ ਦੇਖੋ। ਤਾਂ ਇਸ ਤਰ੍ਹਾਂ ਆਪਣੇ ਕੋਲ X ਦੀ ਵੈਲਿਊ 0। ਇਸੇ ਤਰ੍ਹਾਂ ਅਸੀਂ Y ਦੀ ਵੈਲਿਊ ਕਿਵੇਂ ਪਤਾ ਕੀਤੀ ਹੈ, -3M -1N ਓਵਰ M ਜਮਾ N, ਅਤੇ M ਦੀ ਵੈਲਿਊ 2 ਅਤੇ N ਦੀ ਵੈਲਿਊ 1 ਭਰ ਲਈ, ਗੁਣਾ ਕਰ ਲਈ -7/3। ਇਸ ਤਰ੍ਹਾਂ ਤੁਸੀਂ ਇਹ ਸਵਾਲ ਕਰਨਾ ਹੈ। ਇਜ਼ ਇਟ ਓਕੇ। ਨੈਕਸਟ ਸਮ ਹੈ ਫਾਈਂਡ ਦਾ ਰੇਸ਼ੋ। ਹੁਣ ਅਸੀਂ ਅਨੁਪਾਤ ਪਤਾ ਕਰਨਾ ਹੈ। ਇਨ ਵਿਚ ਲਾਈਨ ਸੈਗਮੈਂਟ ਜੁਆਇਨਿੰਗ A -1.5 and B -4.5 is divided by x axis, also find the coordinates of point of division। ਅਨੁਪਾਤ ਪਤਾ ਕਰੋ ਉਸ ਰੇਖਾਖੰਡ ਨੂੰ ਜਿਸ ਨੂੰ A -1.5 ਅਤੇ B -4.5 ਨੂੰ ਮਿਲਾਉਣ ਵਾਲੇ ਨੂੰ x ਧੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ। ਡਿਵਾਈਡਡ ਬਾਈ x ਐਕਸਿਸ ਹੈ। x ਧੁਰੇ ਨੇ ਇਸ ਲਾਈਨ ਨੂੰ A ਅਤੇ B ਨੂੰ ਜੋੜਨ ਵਾਲੀ ਰੇਖਾ ਨੂੰ ਕੱਟਿਆ ਹੈ, ਤਾਂ ਅਸੀਂ ਉਸ ਬਿੰਦੂ ਦੇ ਨਿਰਦੇਸ਼ਾਂਕ ਵੀ ਪਤਾ ਕਰਨੇ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਮੈਂ ਲਾਈਨ ਡਰੋ ਕੀਤੀ A B, x ਧੁਰੇ ਦੇ ਵੀ ਤੁਹਾਨੂੰ ਦੱਸਿਆ ਸੀ ਵਿਚਕਾਰ P ਪੁਆਇੰਟ ਨੇ ਆ ਕੇ ਕੱਟਤਾ, ਲੇਕਿਨ P ਪੁਆਇੰਟ ਕਿੱਥੇ ਹੈ, ਡਿਵਾਈਡਡ ਬਾਏ x ਐਕਸਿਸ। x ਧੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ। ਜਦੋਂ ਇਹ ਲਾਈਨ ਆ ਗਈ x ਧੁਰਾ ਜਾਂ y ਧੁਰਾ, ਜੇ x ਧੁਰੇ ਦੀ ਗੱਲ ਹੈ ਤਾਂ x0, ਜੇ y ਧੁਰੇ ਦੀ ਗੱਲ ਹੈ 0y ਲੈਣਾ ਹੈ, 0, ਜੇ y ਧੁਰੇ ਦੀ ਗੱਲ ਕੀਤੀ ਗਈ ਹੈ। ਤਾਂ ਫਿਲਹਾਲ x ਧੁਰੇ ਦੀ ਗੱਲ ਕੀਤੀ ਗਈ ਹੈ ਇਸ ਸਵਾਲ ਦੇ ਵਿੱਚ, ਤਾਂ ਅਸੀਂ x ਗੁਣਾ 0। ਹੁਣ ਜਦੋਂ ਵੀ ਅਸੀਂ ਇਹ ਵਾਲਾ ਸਵਾਲ ਕੱਢਣਾ, ਅਨੁਪਾਤ ਪਤਾ ਕਰਨਾ M ਅਨੁਪਾਤ N, ਤਾਂ ਸਭ ਤੋਂ ਪਹਿਲਾਂ ਅਸੀਂ ਪਿਛਲੇ ਅੰਕ ਦੇਖਣੇ ਨੇ। ਇਹ ਟ੍ਰਿਕ ਹੈ। 0 ਬਰਾਬਰ M Y2, ਜਿਹੜਾ 0 ਹੈ ਪਿਛਲਾ ਹੈ M Y2 N Y1, ਆਹ ਦੇਖੋ M ਗੁਣਾ 5 ਜਮਾ N ਗੁਣਾ -5, ਸਾਡਾ ਉੱਤਰ ਇਸੀ ਨਾਲ ਓਵਰ M ਜਮਾ N। M ਜਮਾ N ਇਹਦੇ ਨਾਲ ਗੁਣਾ ਹੋ ਕੇ 0 ਹੋ ਜਾਣਾ, ਇਹ 5M ਜਮਾ ਮਾਈਨਸ ਹੋ ਗਿਆ ਜਮਾ -5N, ਤਾਂ -5M ਬਰਾਬਰ -5N। ਤਾਂ M/N ਕੱਢਣਾ ਸੀ, M ਦੇ ਥੱਲੇ N ਆ ਗਿਆ ਅਤੇ 5 ਦੇ ਥੱਲੇ ਇੱਧਰ ਆ 1/1, ਤਾਂ ਇਹਨੂੰ ਅਨੁਪਾਤ ਕਿੰਨਾ ਆ ਗਿਆ 1/1।
इस सवाल 'ਚ ਇਹੀ ਧਿਆਨ ਰੱਖਣਾ ਜਿੱਧਰਲੇ ਪਾਸੇ 0 ਹੈ ਜੇ ਅਨੁਪਾਤ ਕੱਢਣਾ ਹੈ। ਜੇ x ਤੁਰੇ y ਤੁਰੇ ਵਾਲਾ ਸਵਾਲ ਆਉਂਦਾ ਜਿਹੜੇ ਪਾਸੇ 0 ਹੈ ਉਸੀ ਪਿਛਲਾ ਅਕਸ਼ਰ ਹੈ ਅਤੇ ਤਿੰਨੇ ਸਾਰੇ ਅੰਕਾਂ ਦੇ ਪਿਛਲੇ ਅਕਸ਼ਰ ਦੇਖਣੇ ਨੇ ਉਹਨਾਂ ਨੂੰ m x2 n x1 ਜਾਂ m y2 n y1 ਕਰ ਲੈਣਾ। ਇਜ਼ ਇਟ ਓਕੇ? ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਲੈਕਚਰ ਸਮਝ ਆ ਜਾਏਗਾ। 7.2 ਪਈ ਹੈ। ਅਸੀਂ ਨੈਕਸਟ ਵੀਡੀਓ ਦੇ ਵਿੱਚ 2 ਵੀਡੀਓ 7.1 ਦੀ ਬਣੀਆਂ ਨੇ, 2 ਹੁਣ ਦੂਸਰੀ 7.2 ਦੀ ਹੋਰ ਬਣੇਗੀ। ਤੁਸੀਂ ਉਨੀ ਦੇ 7.2 ਦੇ ਵਾਲੇ ਸਵਾਲ ਜਿਹੜੇ ਹੈ ਚੰਗੀ ਤਰ੍ਹਾਂ ਨੋਟ ਕਰੋ, ਸਮਝੋ। ਓਕੇ।